In the name of the Father, Son and Holy Spirit. Amen. सभी सुनने वालों बहन भाइयों, प्रभु यीशु के शब्द ग्रहण करने से हमारा जीवन बदलता है। सो ਅੱਜ ਅਸੀਂ ਪ੍ਰਭੂ ਯੀਸ਼ੂ ਦੇ ਸ਼ਬਦਾਂ ਨੂੰ ਪਵਿੱਤਰ ਬਾਈਬਲ ਚੋਂ ਪੜਾਂਗੇ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸਾਨੂੰ ਸਾਰਿਆਂ ਭੈਣ ਭਰਾਵਾਂ ਨੂੰ ਪ੍ਰਭੂ ਜੀ ਦੀ ਜ਼ਰੂਰਤ ਆ, ਕਿਉਂਕਿ ਅਸੀਂ ਅਨੰਤ ਕਾਲ ਦਾ ਜੀਵਨ ਸਾਰੇ ਭੈਣ ਭਰਾ ਪਾਉਣਾ ਮੰਗਦੇ ਹਾਂ ਤੇ ਇਹ ਸਾਡੀ ਜ਼ਿੰਦਗੀ ਵਿੱਚ ਬਹੁਤ ਮਹੱਤਵਪੂਰਨ ਹੈ ਗੱਲ ਆ ਕਿ ਸਾਨੂੰ ਸਾਰਿਆਂ ਨੂੰ ਪ੍ਰਭੂ ਦੇ ਹੁਕਮਾਂ ਤੇ ਚੱਲਣਾ ਤੇ ਉਹਦਾ ਧੰਨਵਾਦ ਕਰਨਾ ਤੇ ਆਪਣੀ ਜੋ ਵੀ ਸਾਨੂੰ ਕਿਸੇ ਚੀਜ਼ ਦੀ ਸਾਨੂੰ ਜ਼ਰੂਰਤ ਆ, ਦੁੱਖ ਸੁੱਖ ਵੇਲੇ, ਉਹ ਪ੍ਰਾਰਥਨਾ ਪ੍ਰਭੂ ਯੀਸ਼ੂ ਦੇ ਅੱਗੇ ਰੱਖਣੀ ਆ ਤੇ ਪਿਤਾ ਸਾਡੀਆਂ ਸਾਰੀਆਂ ਪ੍ਰਾਰਥਨਾਵਾਂ ਨੂੰ ਸੁਣਦਾ। ਸੋ ਇੰਨਾ ਕੁ ਜ਼ਰੂਰੀ ਹੈ। ਦੇਖੋ, ਸਾਨੂੰ ਇੱਕ ਆਪਣੀ ਜ਼ਿੰਦਗੀ ਜੀਣ ਵਾਸਤੇ ਸਾਨੂੰ ਕੀ ਜ਼ਰੂਰਤ, ਸਭ ਤੋਂ ਪਹਿਲਾਂ ਜਿਹੜੀ ਕਿ ਅਸੀਂ 24 ਆਵਰ ਸਾਹ ਲੈਂਦੇ ਹਾਂ ਤੇ ਸਾਹ ਦੇ ਵਿੱਚ ਆਕਸੀਜਨ ਸਾਡੇ ਲਈ ਬਹੁਤ ਜ਼ਰੂਰੀ ਹੈ। ਜੇਕਰ ਜਿਸ ਜਗ੍ਹਾ ਦੇ ਉੱਤੇ ਆਕਸੀਜਨ ਨਹੀਂ ਹੋਏਗੀ ਤਾਂ ਉੱਥੇ ਅਸੀਂ ਸਾਹ ਨਹੀਂ ਲੈ ਸਕਦੇ ਤੇ ਸਾਡੀ ਜਿਹੜੀ ਆ ਉਹ ਜ਼ਿੰਦਗੀ ਖਤਮ ਹੋ ਸਕਦੀ ਆ। ਸੋ ਇਹ ਗੱਲ ਆ ਕਿ ਗੋਡ ਇਜ਼ ਲਾਈਕ ਏ ਆਕਸੀਜਨ, ਯੂ cannot see him, but you need him to survive. God is like a oxygen, you cannot see him, but you need him to survive. ਸੋ ਇਸੇ ਤਰ੍ਹਾਂ ਹੀ ਸਾਨੂੰ ਜਿਸ ਤਰ੍ਹਾਂ ਹੀ ਆਕਸੀਜਨ ਜ਼ਰੂਰੀ ਆ, ਇਸੇ ਤਰ੍ਹਾਂ ਹੀ ਸਾਨੂੰ ਪਰਮਾਤਮਾ ਜਿਹੜਾ ਵਾ ਉਹ ਬਹੁਤ ਜ਼ਰੂਰੀ ਆ ਕਿ ਸਾਡੀ ਜ਼ਿੰਦਗੀ ਦੇ ਵਿੱਚ ਪਰਮਾਤਮਾ ਹੋਵੇ। ਪ੍ਰਭੂ ਜੀ ਇੱਥੇ ਕੀ ਕਹਿੰਦੇ ਆ ਸਾਨੂੰ, ਇਸ ਚੀਜ਼ ਨੂੰ ਆਪਾਂ ਨੋਟ ਕਰਦੇ ਹਾਂ ਚੰਗੀ ਤਰ੍ਹਾਂ। ਵੇਖੋ, ਆਪਾਂ ਸੁਭਾਵਿਕ ਤੌਰ 'ਤੇ ਜਿੰਨੇ ਵੀ ਪ੍ਰਾਣੀ ਆ, ਇਹ ਅਸੀਂ ਮਨ ਦੇ ਮੈਲੇ ਆ ਅਤੇ ਹਰ ਵਕਤ ਅਸੀਂ ਕੀ ਕਰਦੇ ਹਾਂ, ਗਲਤ ਵਿਚਾਰ ਕਰਦੇ ਹਾਂ, ਗਲਤ ਸੋਚਾਂ ਰੱਖਦੇ ਹਾਂ, ਗਲਤ ਹਰਕਤਾਂ ਕਰਦੇ ਹਾਂ ਅਤੇ ਅਸੀਂ ਪ੍ਰਭੂ ਦੀਆਂ ਨਿਗਾਹ ਦੇ ਵਿੱਚ ਗਿਰ ਜਾਂਦੇ ਹਾਂ, ਕਿਉਂਕਿ ਅਸੀਂ ਪਾਪ ਕਮਾਉਂਦੇ ਰਹਿੰਦੇ ਹਾਂ ਅਤੇ ਇਸ ਕਰਕੇ ਅਸੀਂ, ਮੈਂ ਔਰ ਤੁਸੀਂ ਸਾਰੇ ਜਿਹੜੇ ਆ, ਇਹ ਪਾਪ ਦੇ ਭਾਗੀਦਾਰ ਹੋ ਜਾਂਦੇ ਆ। ਫਿਰ ਸਾਨੂੰ ਪ੍ਰਭੂ ਜੀ ਕੀ ਕਹਿੰਦੇ ਆ, ਪ੍ਰਭੂ ਜੀ ਇਹ ਗੱਲ ਦੱਸਦੇ ਆ ਕਿ ਤੂੰ ਕਿੰਨਾ ਵੀ ਮੈਲਾ ਹੋ ਜਾ। ਦੇਖੋ, ਪਿਆਰ ਨਾਲ ਗੱਲ ਸਮਝੋ, ਪ੍ਰਭੂ ਦੀ ਕਹੀ ਹੋਈ ਕਿ ਤੂੰ ਕਿੰਨਾ ਵੀ ਮੈਲਾ ਹੋ ਗਿਆ ਹੋਵੇ, ਮੈਂ ਤੇਰੇ ਨਾਲ ਫਿਰ ਵੀ ਪਿਆਰ ਕਰੂੰਗਾ, ਮੈਂ ਤੈਨੂੰ ਸਾਫ਼ ਕਰ ਲੂੰਗਾ। ਕਿਉਂਕਿ ਪ੍ਰਭੂ ਦੇ ਕੋਲ ਬਹੁਤ ਕੁਛ ਆ। ਸਾਡੀ ਪਵਿੱਤਰ ਸ਼ਾਸਤਰ ਲਿਖਿਆ ਕਿ ਅਸੀਂ ਕਿਵੇਂ ਸਾਫ਼ ਹੋ ਸਕਦੇ ਹਾਂ, ਇਹ ਸਾਨੂੰ ਪ੍ਰਭੂ ਜੀ ਨੇ ਵਾਅਦਾ ਕੀਤਾ। ਦੂਸਰੀ ਗੱਲ ਇਹ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਕਿੰਨਾ ਕੁ ਟੁੱਟ ਗਏ ਜੇ। ਤੁਸੀਂ ਬਹੁਤ ਤਰ੍ਹਾਂ ਦੇ ਘਾਟੇ ਖਾ ਲਏ, ਬਹੁਤ ਸੰਸਾਰ ਤੋਂ, ਸੱਜਣਾ ਮਿੱਤਰਾਂ ਤੋਂ, ਰਿਸ਼ਤੇਦਾਰਾਂ ਤੋਂ ਧੋਖੇ ਖਾ ਲਏ ਅਤੇ ਤੁਸੀਂ ਟੁੱਟ ਜਾਂਦੇ ਜ਼ਿੰਦਗੀ 'ਚ, ਤੁਹਾਡਾ ਦਿਲ ਜਿਹੜਾ ਉਹ ਟੁੱਟ ਜਾਂਦਾ। ਅਤੇ ਫਿਰ ਕੀ ਹੁੰਦਾ ਕਿ ਪ੍ਰਭੂ ਜੀ ਕਹਿੰਦਾ ਕੋਈ ਗੱਲ ਨਹੀਂ, ਮੈਂ ਤੁਹਾਡੀ ਹੈਲਪ ਕਰੂੰਗਾ, ਮੈਨੂੰ ਤੁਸੀਂ ਇਸੇ ਤਰ੍ਹਾਂ ਵੀ ਅਸੈਪਟ ਜੋ, ਮੈਂ ਤੁਹਾਨੂੰ ਸਭ ਕੁਝ ਠੀਕ ਕਰੂੰਗਾ। ਫਿਰ ਉਸ ਤੋਂ ਬਾਅਦ ਤੁਸੀਂ ਇਤਨੀ ਦੂਰ ਨਹੀਂ, ਪ੍ਰਭੂ ਨੇ ਕਿਹਾ ਮੇਰੇ ਤੋਂ, ਕਿ ਮੈਂ ਤੁਹਾਡੇ ਕੋਲ ਪਹੁੰਚ ਨਾ ਸਕਾਂ। ਦੇਖੋ, ਪ੍ਰਭੂ ਸਾਡੇ ਤੋਂ ਇੰਨੀ ਦੂਰ ਨਹੀਂ ਹੈਗਾ ਕਿ ਉਹ ਕਹਿੰਦੇ ਕਿ ਮੈਂ ਤੁਹਾਡੇ ਕੋਲ ਪਹੁੰਚ ਨਾ ਸਕਾਂ। ਆਪਾਂ ਸਾਰੇ ਭੈਣ ਭਰਾ ਬਹੁਤ ਗਲਤੀਆਂ ਕਰਦੇ ਆ, ਪਰ ਸਾਡੇ ਪ੍ਰਭੂ ਨੇ ਸਾਨੂੰ ਕੀ ਕਿਹਾ ਕਿ ਮੈਂ ਸਾਰੀਆਂ ਗਲਤੀਆਂ ਜਿਹੜੀਆਂ ਤੁਹਾਡੀਆਂ ਨੇ ਉਹ ਮੈਂ ਮਾਫ਼ ਕਰ ਦਿੰਦਾ। ਸੋ ਇਹ ਪ੍ਰਭੂ ਸਾਡੇ ਨਾਲ ਪਿਆਰ ਕਰਦਾ ਅਤੇ ਸਾਡੀਆਂ ਸਾਰੀਆਂ ਗਲਤੀਆਂ ਜਿਹੜੀਆਂ ਨੇ ਉਹ ਮਾਫ਼ ਕਰ ਦਿੰਦਾ ਅਤੇ ਸਾਨੂੰ ਕੀ ਆ, ਉਹ ਪਵਿੱਤਰ ਕਰਦਾ
ਤੇ ਆਪਣੇ ਦਰਬਾਰ ਦੇ ਵਿੱਚ ਸਾਡੀ ਇੱਜ਼ਤ ਨੂੰ ਵਧਾਉਂਦਾ। ਤੇ ਗੋਡ ਸੇਜ਼ ਆਈ ਵਿਲ ਮੇਕ ਵੇ ਯੂ, ਆਈ ਵਿਲ ਮੇਕ ਵੇ ਫਾਰ ਯੂ, ਕਿ ਮੈਂ ਤੇਰੇ ਲਈ ਰਸਤਾ ਬਣਾਉਂਗਾ ਸਾਰਾ ਤੈਨੂੰ ਇਹ ਪਵਿੱਤਰ ਕਰਕੇ ਤੈਨੂੰ ਲੈ ਕੇ ਆਉਣ ਦਾ। ਆਈ ਐਮ ਫਾਈਟਿੰਗ ਯੂਅਰ ਬੈਟਲ, ਜਿੰਨੀਆਂ ਵੀ ਤੇਰੀਆਂ ਮੁਸ਼ਕਲਾਂ ਨੇ ਜ਼ਿੰਦਗੀ ਦੀਆਂ, ਚਾਹੇ ਉਹ ਬਿਮਾਰੀਆਂ ਨੇ, ਚਾਹੇ ਉਹ ਧਨ ਦੌਲਤ ਬਾਰੇ ਆ, ਚਾਹੇ ਰਿਸ਼ਤੇ ਬਾਰੇ ਆ, ਉਹ ਸਾਰਿਆਂ ਦੀ ਲੜਾਈ ਕਹਿੰਦਾ ਮੈਂ ਲੜੂੰਗਾ। ਪ੍ਰੇਇੰਗ ਇਜ਼ ਦੀ ਬੈਸਟ ਮੈਡੀਸਨ। ਇੱਥੇ ਉਹਨੇ ਤੀਸਰੀ ਗੱਲ ਜਿਹੜੀ ਸਾਨੂੰ ਦੱਸੀ ਪ੍ਰਭੂ ਨੇ, ਕਿ ਪ੍ਰੇਅਰ ਜਿਹੜੀ ਇਹਨਾਂ ਸਾਰੀਆਂ ਚੀਜ਼ਾਂ ਦੀ ਆ, ਉਹ ਸਭ ਤੋਂ ਵਧੀਆ ਉਪਾਅ ਆ। ਤੇ ਇਸ ਕਰਕੇ ਪ੍ਰਭੂ ਨੇ ਕਹੀ ਗੱਲ ਕਿ ਟਰਸਟ ਵੀ ਐਂਡ ਮਾਈ ਟਾਈਮਿੰਗਸ, ਕਿ ਜਿਹੜੀ ਚੀਜ਼ ਜਦੋਂ ਕਿਸੇ ਨੂੰ ਚਾਹੀਦੀ ਆ ਉਹਨੂੰ ਮੈਂ ਉਸ ਵਕਤ ਦੇ ਦਿੰਦਾ। ਤੇ ਤੁਸੀਂ ਆਪਣੀ ਚੀਜ਼ ਜਿਹੜੀ ਆ, ਆਪਣਾ ਧਿਆਨ ਮੇਰੇ 'ਚ ਟਰਸਟ ਕਰੋ ਤੇ ਮੈਂ ਤੁਹਾਨੂੰ ਸਾਰਾ ਕੁਝ ਦਊਂਗਾ। ਕਿ ਤੁਸੀਂ ਕੀ ਕਰਨਾ, ਸਿਰਫ ਇੱਕ ਪ੍ਰਾਰਥਨਾ ਕਰਨੀ ਆ। ਹੁਣ ਅਸੀਂ ਇੱਥੇ ਇਹ ਸਿੱਖਾਂਗੇ ਅੱਜ ਕਿ ਅਸੀਂ ਪਰਮਾਤਮਾ ਨੇ ਸਾਨੂੰ ਕੀ ਗੱਲ ਕਹੀ ਆ। ਪਰਮਾਤਮਾ ਕਹਿੰਦਾ ਕਿ ਤੂੰ ਮੇਰਾ ਕਰ, ਧੰਨਵਾਦ ਕਰ ਤੇ ਪ੍ਰਾਰਥਨਾ ਕਰ, ਤੇ ਮੇਰੀਆਂ ਜਿਹੜੀਆਂ ਆਗਿਆ ਦਿੱਤੀਆਂ ਨੇ ਉਹਨਾਂ ਦੇ ਵਿੱਚ ਤੂੰ ਚੱਲ ਤੇ ਉਹਨਾਂ ਦੀ ਪਾਲਣਾ ਕਰ। ਹੁਣ ਪਰਮਾਤਮਾ ਨੇ ਤਾਂ ਸਾਨੂੰ ਬਹੁਤ ਸੋਹਣਾ ਸਮਝਾਤਾ। ਕੀ ਸਮਝਾਇਆ? ਕਿ ਜਿਹੜੀਆਂ ਉਹਨਾਂ ਨੇ ਆਗਿਆ ਦਿੱਤੀਆਂ ਉਹਦਾ ਅਸੀਂ ਪਾਲਣ ਕਰਨਾ, ਤੇ ਪਰਮਾਤਮਾ ਦਾ ਅਸੀਂ ਧੰਨਵਾਦ ਕਰਨਾ। ਧੰਨਵਾਦ ਕਰਾਂਗੇ, ਪ੍ਰਾਰਥਨਾ ਕਰਾਂਗੇ ਤੇ ਅਸੀਂ ਪ੍ਰਭੂ ਦੇ ਨਾਲ ਚਲੇ ਜਾਵਾਂਗੇ। ਸੋ ਅਸੀਂ ਕਿਸ ਤਰ੍ਹਾਂ ਧੰਨਵਾਦ, ਕਿਹੜੀ ਕਿਹੜੀ ਚੀਜ਼ ਦਾ ਕਰਨਾ? ਥੈਂਕਸ ਯੂ ਲਾਰਡ ਫਾਰ ਯੂਅਰ ਗ੍ਰੇਸ, ਪ੍ਰਭੂ ਦੀ ਕਿਰਪਾ ਦਾ ਧੰਨਵਾਦ ਸਾਨੂੰ ਕਰਨਾ ਚਾਹੀਦਾ। ਫਾਰ ਯੂਅਰ ਮਰਸੀ, ਥੈਂਕਸ ਯੂਅਰ ਲਾਰਡ ਫਾਰ ਯੂਅਰ ਮਰਸੀ, ਪ੍ਰਭੂ ਦੀ ਦਿਆਲਤਾ, ਦਇਆਵਾਨ ਹੁੰਦਾ ਪ੍ਰਭੂ, ਹਮੇਸ਼ਾ ਹੀ ਮਰਸੀ ਆ, ਤੇ ਉਹਦੀ ਪ੍ਰਾਰਥਨਾ ਕਰਨੀ ਚਾਹੀਦੀ, ਉਹਦਾ ਧੰਨਵਾਦ ਕਰਨਾ ਚਾਹੀਦਾ। ਫਾਰ ਯੂਅਰ ਗਿਵਨੈਸ, ਪ੍ਰਭੂ ਸਾਡੇ ਸਾਰੇ ਪਾਪ ਜਿਹੜੇ ਉਹ क्षमा ਕਰ ਦਿੰਦਾ, ਤੇ ਸਾਨੂੰ ਕੀ ਕਰਨਾ ਚਾਹੀਦਾ? ਉਹਦਾ ਮਾਫੀ ਸਾਨੂੰ ਆਪਣੇ ਭੈਣ ਭਰਾਵਾਂ ਨੂੰ ਦੇ ਦੇਣੀ। ਪ੍ਰਭੂ ਕਹਿੰਦਾ ਪਹਿਲਾਂ ਤੂੰ ਮਾਫ ਕਰ, ਜੇ ਕੋਈ ਤੇਰਾ ਭੈਣ ਭਰਾ ਤੇਰੇ ਨਾਲ ਨਾਰਾਜ਼ ਆ ਤੇ ਮੈਂ ਤੈਨੂੰ ਸਾਰੇ ਪਾਪ ਜਿਹੜੇ ਉਹ क्षमा ਕਰ ਦੂੰਗਾ। ਫਿਰ ਪ੍ਰਭੂ ਜੀ ਕਹਿੰਦੇ ਆ ਥੈਂਕਸ ਫਾਰ ਯੂਅਰ ਪ੍ਰੋਟੈਕਸ਼ਨ, ਆਪਾਂ ਧੰਨਵਾਦ ਕਰਨਾ ਆਪਣੀ ਰੱਖਿਆ ਵਾਸਤੇ, ਉਹ ਸਾਨੂੰ ਕਰਨਾ ਚਾਹੀਦਾ। ਫਿਰ ਥੈਂਕਸ ਫਾਰ ਯੂਅਰ ਗਾਈਡੈਂਸ, ਆਪਣੇ ਪਰਮਾਤਮਾ ਨੇ ਜਿਹੜੀ ਸਾਨੂੰ ਸਾਡੇ ਲਈ ਅਗਵਾਈ ਕੀਤੀ ਆ, ਸਾਨੂੰ ਚਾਨਣ ਕਰਾਇਆ ਕਿਸੇ ਚੀਜ਼ ਤੋਂ ਅਸੀਂ ਨਹੀਂ ਜਾਣਦੇ ਸੀ, ਉਹ ਸਾਡੀ ਅਗਵਾਈ ਕਰਦਾ ਤੇ ਸਾਨੂੰ ਉਹਦਾ ਧੰਨਵਾਦ ਕਰਨਾ ਚਾਹੀਦਾ। ਥੈਂਕਸ ਯੂਅਰ ਲਾਰਡ ਫਾਰ ਯੂਅਰ ਪੀਸ, ਜੇ ਸਾਡੇ ਮਨ ਨੂੰ ਸ਼ਾਂਤੀ ਆ ਜਾਂਦੀ ਆ ਤੇ ਅਸੀਂ ਆਪਣੇ ਪਰਮਾਤਮਾ ਨੂੰ ਧੰਨਵਾਦ ਕਰਨਾ ਚਾਹੀਦਾ। ਫਾਰ ਯੂਅਰ ਅਨਫੇਲਿੰਗ ਲਵ, ਥੈਂਕਸ ਯੂ ਲਾਰਡ ਫਾਰ ਯੂਅਰ ਅਨਫੇਲਿੰਗ ਲਵ, ਪਰਮਾਤਮਾ ਦਾ ਹਮੇਸ਼ਾ ਹੀ ਪਿਆਰ ਜਿਹੜਾ ਵਾ ਉਹ ਸਾਡੇ ਸਾਰਿਆਂ ਦੇ ਨਾਲ ਰਹਿੰਦਾ, ਚਾਹੇ ਅਸੀਂ ਕਿਸ ਤਰ੍ਹਾਂ ਦੇ ਵੀ ਹੋ ਗਏ ਆ। ਤੁਸੀਂ ਆਪਣੇ ਪਿਤਾ ਕੋਲ ਮਾਫੀ ਮੰਗੋ, ਹਰ ਪੁੱਤਰ ਮਾਫ ਕੀਤਾ ਜਾਂਦਾ ਜਦੋਂ ਆਪਣੇ ਪਿਤਾ ਦੇ ਕੋਲੋਂ ਉਹ ਹੱਥ ਜੋੜ ਕੇ ਮਾਫੀ ਮੰਗਦਾ ਤੇ ਆਪਣੀ ਗਲਤੀ ਨੂੰ ਮੰਨਦਾ ਤੇ ਉਹਨੂੰ ਪਿਤਾ ਮਾਫ ਕਰ ਦਿੰਦਾ। ਫਿਰ ਲਾਸਟ ਵਿੱਚ ਥੈਂਕਸ ਯੂ ਲਾਰਡ ਫਾਰ ਬੀਇੰਗ ਮਾਈ ਸੇਵੀਅਰ, ਪਰਮਾਤਮਾ ਸਾਨੂੰ ਸਾਰਿਆਂ ਨੂੰ ਜਦੋਂ ਅਸੀਂ ਉਹਨੂੰ ਸੇਵੀਅਰ ਬਣਾ ਲੈਂਦੇ ਹਾਂ ਤੇ ਸਾਨੂੰ ਕੀ ਕਰਦਾ? ਸਾਨੂੰ ਉਹਦਾ ਧੰਨਵਾਦ ਕਰਨਾ ਚਾਹੀਦਾ, ਸਾਰੀਆਂ ਮੁਸੀਬਤਾਂ 'ਚੋਂ ਬਚਾ ਲੈਂਦਾ ਔਰ ਅਨੰਤ ਕਾਲ ਦਾ ਸਾਨੂੰ ਜੀਵਨ ਦਿੰਦਾ। ਸੋ ਇਹ ਪਰਮਾਤਮਾ ਦਾ ਸਾਨੂੰ ਧੰਨਵਾਦ ਕਰਨਾ ਚਾਹੀਦਾ। ਅਸੀਂ ਅੱਜ ਇੱਥੇ ਤੁਹਾਨੂੰ 3 ਤਰੀਕੇ ਦੱਸਾਂਗੇ ਕਿ ਜਿਸ ਤਰ੍ਹਾਂ ਅਸੀਂ ਪ੍ਰਾਰਥਨਾ ਕਰਦੇ ਹਾਂ ਤਾਂ ਉਹਦੇ ਵਿੱਚ ਕੀ ਹੋਣਾ ਚਾਹੀਦਾ ਪ੍ਰਾਰਥਨਾ ਦੇ ਵਿੱਚ, ਤੇ ਉਹਦੇ ਬਾਰੇ ਗੱਲ ਕਰਾਂਗੇ। ਤੇ
ਪ੍ਰਾਰਥਨਾ ਜਿਹੜੀ ਕਰਦੇ ਆ, ਤੁਹਾਨੂੰ ਉਹਦਾ ਇੱਕ ਤਰੀਕਾ ਦੱਸਦੇ ਆ ਕਿ ਉਹ ਕਰਨ ਦਾ ਕੀ ਤਰੀਕਾ ਕੀ ਆ। ਪਿਤਾ ਕੋ ਧੰਨਵਾਦ ਕੇ ਪਰਮਾਤਮਾ ਦਾ ਧੰਨਵਾਦ ਕਰੋ ਕਿ ਉਹ ਕੌਣ ਸੀ। ਨੰਬਰ 1, ਇਹ ਅਸੀਂ ਸਾਮ 100 ਦੇ ਖੋਲਾਂਗੇ ਤਾਂ ਉਹਦੇ 'ਚ 4 ਵਰਸ ਜਿਹੜੀ ਆ ਉਹ ਪੜਾਂਗੇ। 100 ਦੀ 4, ਧੰਨਵਾਦ के गीत संग लिए यहोवा के नगर में आऊं, गुणगान के गीत संग लिए यहोवा के मंदिर में आऊं, उसका आदर करो और धन करो। देखो प्रभु ने कहा कि तुसी सब तो पहला प्रार्थना करन नूं की कहा वा कि सानू प्रभु की प्रशंसा करनी चाहिए आ, तो ਉਹਦਾ गुणगान करना चाहिए। तो ਇਹਦਾ मतलब सारा ਮਿਲਾ ਕੇ ਕੀ ਹੋਇਆ ਕਿ ਪ੍ਰਭੂ ਨੂੰ ਆਦਰ ਦਿਓ ਤੇ ਆਪਣੀ ਪਵਿੱਤਰ ਸ਼ਾਸਤਰ ਨੂੰ ਪੜ੍ਹੋ ਤੇ ਪ੍ਰਭੂ ਦਾ ਧੰਨਵਾਦ ਕਰਦੇ ਹੋਏ ਉਹਦੇ ਅੱਗੇ ਆਦਰ ਮਾਣ ਦੇ ਨਾਲ ਆਪਣੀ ਜਿਹੜੀ ਆ ਉਹ ਅਸੀਂ ਪ੍ਰਾਰਥਨਾ ਕਰਨੀ ਆ। ਨੰਬਰ 2, ਪਹਿਲੀ ਤੇ ਕੀ ਕੀਤਾ ਕਿ ਅਸੀਂ ਪ੍ਰਭੂ ਦਾ ਭਜਨ ਪੜ੍ਹਨਾ ਤੇ ਗਾਉਣਾ। नंबर 2 की कहता, भगवान को ऐसे महसूस करना, भगवान को ऐसे महसूस करना बताएं कि आपके दिल में क्या है, आप चाहते क्या हो। हमने बाइबल दे विचों पढ़ के फिलिपिंस 4 ਦਾ 67 मैं तुहानूं पढ़ के सुनाना चाहुंदा। किसी बात की चिंता मत करो, बल्कि परिस्थिति में धन्यवाद सहित प्रार्थना और विनय के साथ अपनी जांचना परमेश्वर के सामने रखते जाओ। इससे परमेश्वर की ओर से मिलने वाली शांति, जो समझ से परे है, तुम्हारे हृदय और तुम्हारी बुद्धि को यीशु मसीह में सुरक्षित बनाए रखेगी। इत्थे सानू की सिखाया गया कि जो ਤੁਹਾਡੀ परिस्थिति ਜਦੋਂ ਤੁਸੀਂ ਪ੍ਰਾਰਥਨਾ ਕਰਦੇ, ਤੁਸੀਂ ਕਿਸ ਹਾਲਾਤ 'ਚ ਪ੍ਰਾਰਥਨਾ ਕਿਹੜੀ ਕਰਨਾ ਚਾਹੁੰਦੇ ਜੋ, ਉਹ ਪਰਮਾਤਮਾ ਦੇ ਅੱਗੇ ਤੁਸੀਂ ਰੱਖ ਦੇਣੀ ਆ। ਸੋ ਕੀ ਹੋਇਆ ਕਿ ਪਰਮਾਤਮਾ ਨੇ ਸਭ ਤੋਂ ਪਹਿਲਾਂ ਕੀ ਗੱਲ ਕਹੀ ਸਾਨੂੰ ਕਿ ਚਿੰਤਾ ਮਤ ਕਰ ਤੇ ਆਪਣੇ ਦਿਲ ਦੀ ਸਾਰੀ ਗੱਲ ਜਿਹੜੀ ਆ ਉਹ ਤੂੰ ਮੇਰੇ ਨਾਲ ਸ਼ੇਅਰ ਕਰ ਤੇ ਫਿਰ ਤੈਨੂੰ ਜਿਹੜੀ ਆ ਪਰਮਾਤਮਾ ਕੀ ਕਰੇਗਾ, ਤੁਹਾਨੂੰ ਸੁਰੱਖਿਅਤ ਵੀ ਕਰੇਗਾ और शांति भी देगा। तीसरा की ये हैगा, उसके मार्गदर्शन के लिए भगवान से पूछे। जो भी तुहाडे प्रार्थना का विषय है तो गॉड दे कोलों उस प्रार्थना दे विच की करो कि वो मार्गदर्शन जरूर पुछो गॉड दे कोलों, कि फिर तुहानूं वो गाइड करनगे। सो ये 3 चीज़ां ने साडे कोल। तीसरी वर्स असी पढ़ांगे जॉन 16 ਦਾ 13, जदों सत्य की आत्मा आएगा वह तुम्हारे पूर्ण सत्य की राह दिखाएगा। जदों सच्ची पवित्र आत्मा तुहाडे ते उतरेगी, वो तुहानूं पूरा सच दा राह जिहड़ी आ वो दिखाएगी, क्योंकि वह अपनी ओर से नहीं करेगा, वह जो कुछ सुनेगा वही बताएगा और जो कुछ होने वाला है उससे प्रगट करेगा। ਹੁਣ ਜਦੋਂ ਤੁਸੀਂ ਤੀਸਰੇ ਕੁਐਸਚਨ ਤੇ ਆ ਗਏ ਕਿ ਤੁਸੀਂ ਮਾਰਗਦਰਸ਼ਨ ਪੁੱਛਿਆ ਤੇ ਪ੍ਰਭੂ ਤੁਹਾਨੂੰ ਹਮੇਸ਼ਾ ਹੀ ਸੱਚੇ ਰਸਤੇ ਦੇ ਉੱਤੇ ਤੁਹਾਡੀ ਅਗਵਾਈ ਕਰਕੇ ਤੁਹਾਡੇ ਹੌਲੀ ਜਿਹੀ ਕੰਨ 'ਚ ਇੱਕ ਆਵਾਜ਼ ਪਾਏਗਾ। ਉਸ ਆਵਾਜ਼ ਨੂੰ ਸੁਣਨ ਦੇ ਕਾਬਲ ਹੋ ਕਿ ਇਹ ਸਾਨੂੰ ਪਰਮਾਤਮਾ ਨੇ ਇਹਦਾ ਕੀ ਸਮਾਧਾਨ ਦਿੱਤਾ। ਹੁਣ ਆਪਾਂ 2-3 ਗੱਲਾਂ ਇੱਥੇ ਯਾਦ ਰੱਖਣੀਆਂ ਕਿ ਪ੍ਰਾਰਥਨਾ ਜਦੋਂ ਅਸੀਂ ਕਰਦੇ ਹਾਂ ਤੇ ਸਾਰੇ ਭੈਣ ਭਰਾ ਇਸ ਗੱਲ ਨੂੰ ਸਾਨੂੰ ਕਹਿੰਦੇ ਸਾਡੀ ਪ੍ਰਾਰਥਨਾ ਨਹੀਂ ਸੁਣੀ ਗਈ। ਜਿਹੜੇ ਤੇ ਇਹ ਗੱਲ ਕਰਦੇ ਉਹਨਾਂ ਨੂੰ ਮੈਂ ਇੱਕ ਜਵਾਬ ਦਿੰਦਾ ਵਾਂ ਕਿ ਸਭ ਤੋਂ ਪਹਿਲਾਂ ਜਦੋਂ ਪ੍ਰਾਰਥਨਾ ਕਰਨੀ ਆ, ਤੁਹਾਡਾ ਹਿਰਦੇ ਜਿਹੜਾ ਵਾ ਉਹ ਪਵਿੱਤਰ ਹੋਣਾ ਚਾਹੀਦਾ, ਉਹਦੇ ਵਿੱਚ ਕੋਈ ਛਲ ਕਪਟ ਨਹੀਂ ਹੋਣਾ ਚਾਹੀਦਾ, ਨਿਸ਼ਕਪਟ ਹੋ ਕੇ ਪ੍ਰਾਰਥਨਾ ਕਰਨੀ ਚਾਹੀਦੀ ਹੈ ਔਰ ਦਿਲ ਤੋਂ ਪ੍ਰਾਰਥਨਾ ਕਰਨੀ ਚਾਹੀਦੀ ਹੈ। ਦੂਸਰਾ ਉਹਦਾ ਕੀ ਹੈ ਕਿ ਜਵਾਬ ਜਿਹੜਾ ਨਹੀਂ ਆਉਂਦਾ ਕਿ ਅਸੀਂ
ਦੇਖੋ, ਕਿਸ ਵਿਸ਼ੇ ਦੇ ਉੱਤੇ ਪ੍ਰਾਰਥਨਾ ਕਰਦੇ ਆ ਕਿ ਲਾਲਚ ਦੀ ਕਰਦੇ ਆ, ਜਾਂ ਕੋਈ ਐਸੀ ਚੀਜ਼ ਕਰਦੇ ਆ। ਫਾਰ ਐਗਜ਼ਾਮਪਲ ਇੱਕ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਕਿ ਤੁਸੀਂ ਕਹਿ ਦਿਓ ਕਿ ਮੇਰੀ ਪਈ ਕਰੋੜ ਮਿਲੀਅਨ ਡਾਲਰ ਦੀ ਲਾਟਰੀ ਨਿਕਲ ਆਏ। ਇਹ ਤੇ ਗਲਤ ਗੱਲ ਆ ਨਾ ਭਾਈ, ਇਹ ਪ੍ਰਾਰਥਨਾ ਨਹੀਂ ਮੰਨੀ ਜਾਣੀ। ਸੋ ਕੀ ਆ, ਸਾਨੂੰ ਜਿਹੜੀ परमेश्वर वाल प्रार्थना करनी चाहिए और तर्क संगत तरीके से प्रार्थना करते रहना चाहिए। सो सानू जिहड़े कर्म ने, एक ध्यान नाल गल सुणिओ, प्रार्थना तो आपां करदे आ, रोज़ मंगदे आ ते सानू मिलदा नहीं या मिलदा, वो किन्ना चीज़ां ते निर्भर करदा। पहलां आपां गल्लां कीतियां कि दिल साफ होना चाहिए ਤੇ ਨਿਸ਼ਕਪਟ ਸਾਡਾ ਮਨ ਹੋਣਾ ਚਾਹੀਦਾ। ਪਰਮੇਸ਼ਵਰ ਦੇ ਕੋਲ ਆ ਕੇ ਕਿਸੇ ਦੇ ਵਿਰੁੱਧ ਪ੍ਰਾਰਥਨਾ ਨਹੀਂ ਕਰਨੀ, ਘਾਤ ਲਗਾ ਕੇ ਜਾਂ ਬਹੁਤ ਲਾਲਚ ਕਰਕੇ ਨਹੀਂ ਕਰਨੀ ਗੱਲ ਕੋਈ ਵੀ। ਇਹ ਪ੍ਰਾਰਥਨਾ ਨਹੀਂ ਮੰਨੀ ਜਾਣੀ। ਤੇ ਕਰਮ ਜਿਹੜੇ ਨੇ ਉਹ ਤੁਹਾਨੂੰ ਬਹੁਤ ਚੰਗੇ ਕਰਨੇ ਚਾਹੀਦੇ। ਤੇ ਕਰਮੋਂ ਸੇ ਡਰੀਏ, ईश्वर से नहीं, ईश्वर तो माफ़ कर देता है, कर्म नहीं। ये गल मेरी याद रखना भैन भराओ, कर्म तो डरो, कर्म चंगे करो, कर्म माड़े ना करो। ईश्वर से ना डरिए, ईश्वर तो माफ़ कर देगा, मगर कर्मां दा फल जिहड़ा कर्म कीते ने वो तुहानूं भुगतना पैना। जे तुसीं माड़ियां गल्लां कीतियां, माड़े करैक्टर दे जो, ड्रगां पी जाते जो, नशे करी जाते जो, झूठ बोली जाते हो, कतल करी जाते जो, तो तुसी की आ, परमात्मा दे नज़दीक नहीं है, तुसीं इस लायक भी नहीं है कि प्रार्थना करो। सो इस करके इन्हां चीज़ां नूं रखना। सारे लोग की कहिंदे सानूं कई वार कि मैं मुसीबत दे विच आ, कि परमात्मा नूं पता नहीं। देखो, एक भगत आ, परीक्षा पै गया, ਉਹਦੇ ਮੁਸੀਬਤ ਆ ਗਈ, ਉਹ ਕੀ ਕਹਿੰਦਾ ਕਿ ਮੈਂ ਪ੍ਰੀਖਿਆ, ਮੈਂ ਪ੍ਰੋਬਲਮ ਤੁਰਿਆ ਫਿਰਦਾ ਤੇ ਮੇਰਾ ਕੋਈ ਪਤਾ ਨਹੀਂ, ਤਾਂ ਪਰਮਾਤਮਾ ਆਪੇ ਠੀਕ ਕਰਦਾ। ਪਰ ਇੱਕ ਗੱਲ ਅਸੀਂ ਭੁੱਲ ਜਾਂਦੇ, ਉਸ ਲਈ ਕੀ ਗੱਲ ਭੁੱਲਦੇ ਹਾਂ ਉਹ ਵੀ ਸੁਣ ਲਓ कि जब परीक्षा चल रही होती है तब शिक्षक मौन रहता है। ਜਦੋਂ ਆਪਾਂ ਇਮਤਿਹਾਨ ਦੇਣ ਜਾਂਦੇ ਹਾਂ ਤਾਂ ਇਮਤਿਹਾਨ ਹਾਲ ਦੇ ਵਿੱਚ ਸਾਡਾ ਕੀ ਹੁੰਦਾ ਕਿ ਉੱਥੇ ਜਿੰਨੇ ਹੁੰਦੇ ਸਾਰੇ ਟੀਚਰ ਹੀ ਹੁੰਦੇ ਆ, ਮਗਰ ਉਹ ਕਦੀ ਨਹੀਂ ਬੋਲਦੇ ਕੁਛ ਵੀ। ਇਮਤਿਹਾਨ ਤੁਸੀਂ ਖੁਦ ਹੀ ਦੇਣਾ, ਇਹ ਗੱਲ ਵੀ ਯਾਦ ਕਰ ਲਿਓ। ਤੇ ਇਸ ਕਰਕੇ ਆਪਣੇ ਮਨ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਵਿਚਾਰ ਲਿਓ। ਸੋ ਪਰਮਾਤਮਾ ਦੀ ਹੁਣ ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ ਤਾਂ ਉਹਦੇ 3 ਆਨਸਰ ਆਉਂਦੇ ਨੇ, ਪਹਿਲਾ ਕੀ ਜਾਂ ਦੂਸਰਾ ਕੀ ਜਾਂ ਤੀਸਰਾ ਕੀ, ਕੋਈ ਵੀ ਹੋ ਸਕਦਾ ਉਹਨਾਂ 'ਚੋਂ। ਯੈਸ, ਜਾਂ ਤਾਂ ਪ੍ਰਾਰਥਨਾ ਕੀਤੀ ਉਹ ਤੁਹਾਡੀ ਮੰਨੀ ਗਈ, ਪਰਮਾਤਮਾ ਨੇ ਤੁਹਾਨੂੰ ਉਹ ਦੇਣਾ ਸੀ, ਤੁਹਾਡਾ ਟਾਈਮ ਬਿਲਕੁਲ ਸਹੀ ਸੀ ਅਤੇ ਓਕੇ। ਫਿਰ ਕਈ ਵਾਰ ਬਿਲਕੁਲ ਤੁਹਾਡੀ ਪ੍ਰਾਰਥਨਾ ਸੁਣੀ ਨਹੀਂ ਜਾਂਦੀ, ਉਹਦਾ ਜਵਾਬ ਹੁੰਦਾ ਨੋ, ਕਿ ਉਹ ਤੁਸੀਂ ਇਸ ਤਰ੍ਹਾਂ ਦੀ ਪ੍ਰਾਰਥਨਾ ਕਰਦੇ ਜੋ ਕਿ ਜਿਹੜੀ ਕੋਈ ਤੁਹਾਡੀ ਜ਼ਰੂਰਤ ਹੀ ਨਹੀਂ, ਜਾਂ ਉਹ ਐਸਾ ਕਿ ਉਹ ਵੇਲੇ ਕੁ ਵੇਲੇ ਆ ਕਿ ਕਦੋਂ ਪੂਰੀ ਕਰਨੀ ਪਰਮਾਤਮਾ ਨੇ, ਉਹਨੂੰ ਸਾਰਾ ਕੁਛ ਪਤਾ, ਉਹਨੇ ਉਦੋਂ ਕਰਨੀ ਆ, ਉਹਨਾਂ ਚਿਰ ਤੁਹਾਡੇ ਲਈ ਨੋ। ਇਹਦੇ ਵਿੱਚ ਕੀ ਆਇਆ ਥਰਡ, ਫਿਰ ਵੇਟ ਕਰੋ। ਜੇ ਤੁਸੀਂ ਬਿਲਕੁਲ 16 ਨੇ ਸਹੀ ਕੀਤੀ ਆ ਤੇ ਪਰਮਾਤਮਾ ਨੇ ਕਿਹਾ ਤੁਸੀਂ ਇੰਤਜ਼ਾਰ ਕਰੋ। 3 ਹੀ ਆਨਸਰ ਨੇ, ਯੈਸ, ਨੋ ਜਾਂ ਵੇਟ। ਸੋ ਇੱਕ ਭੈਣ ਭਰਾਓ, ਮੈਂ ਤੁਹਾਨੂੰ ਇੱਥੇ ਗੱਲ ਛੋਟੀ ਜਿਹੀ ਦੱਸਣੀ ਚਾਹੁੰਦਾ, ਉਹਨੂੰ ਵੀ ਸੁਣ ਲਓ ਕਿ ਤੁਸੀਂ ਪ੍ਰਾਰਥਨਾ ਕਿਸ ਵੇਲੇ ਮਰਜ਼ੀ ਕਰੋ, 24 ਆਵਰ ਸਾਰੀਆਂ ਲਾਈਨਾਂ ਖੁੱਲ੍ਹੀਆਂ ਨੇ। ਚਾਹੇ ਸਾਰੇ ਸੰਸਾਰ ਦੇ ਲੋਕ ਐਟ ਏ ਟਾਈਮ ਗੱਲ ਕਰਨ, ਪ੍ਰਾਰਥਨਾ ਕਰਨ ਪਰਮਾਤਮਾ ਦੇ ਨਾਲ, ਕਦੀ ਇਹ ਨਹੀਂ ਆਏਗਾ ਕਿ ਹੁਣ ਲਾਈਨਾਂ ਵਿਅਸਤ ਨੇ ਤੇ ਤੁਸੀਂ ਕਿਰਪਾ ਕਰਕੇ ਥੋੜ੍ਹੀ ਦੇਰ ਬਾਅਦ ਇਹ ਲਾਈਨ ਖਾਲੀ ਹੋਏਗੀ ਤੇ ਗੱਲ ਕਰਿਓ। ਪਰਮਾਤਮਾ ਦੇ ਨਾਲ ਭਾਵੇਂ 7.8 ਬਿਲੀਅਨ ਪੀਪਲ ਐਟ ਏ ਟਾਈਮ ਪ੍ਰਾਰਥਨਾ ਕਰਨ, ਉਹ ਸਾਰਿਆਂ ਦੀਆਂ ਪ੍ਰਾਰਥਨਾ ਸੁਣੂਗਾ। ਸੋ ਇਹ ਗੱਲਾਂ ਨੂੰ ਪਿਆਰ ਦੇ ਨਾਲ ਸਮਝੋ ਕਿ ਪ੍ਰਾਰਥਨਾ ਤੁਸੀਂ ਜਦੋਂ ਆਪਣੇ ਕਮਰਾ ਬੰਦ ਕਰੋ, ਘੁਟਨੇ ਟੇਕੋ ਅਤੇ ਪ੍ਰਾਰਥਨਾ ਕਰੋ, ਪਰਮਾਤਮਾ ਤੁਹਾਡੇ ਸਾਰੀਆਂ ਪ੍ਰਾਰਥਨਾਵਾਂ ਨੂੰ ਸੁਣਦਾ। ਸੋ ਅੱਜ ਅਸੀਂ ਹੁਣ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਯੀਸ਼ੂ ਦੇ ਨਾਮ ਦੇ ਵਿੱਚ
ਵੈਨ ਯੂ ਪ੍ਰੇ ਗੋਡ ਲਿਸਨ। ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ ਤੇ ਪਰਮਾਤਮਾ ਸਾਡੀ ਸੁਣਦਾ। ਵੈਨ ਯੂ ਪ੍ਰੇ ਸਟੋਰਮਸ ਗੈਟ ਸਟਿਲਡ। ਵੈਨ ਯੂ ਪ੍ਰੇ ਡੋਰ ਓਪਨਸ। ਵੈਨ ਯੂ ਪ੍ਰੇ ਰਿਲੇਸ਼ਨਸ਼ਿਪ get restored. When you pray, sickness gets healed. When you pray, hope gets rekindled. When you pray, strength is renewed. When you pray, answer come. Don't lose faith, but what you are praying for today, God is faithful. His answer will come at just the ਰਾਈਟ ਟਾਈਮ। ਸੋ ਇਹ ਚੀਜ਼ ਭੈਣ ਭਰਾਓ ਅੱਜ ਸੁਣ ਲਿਓ ਕਿ ਮੈਂ ਹੁਣ ਤੁਹਾਨੂੰ ਸਾਰਾ ਕੁਝ ਸੁਣਾਤਾ ਅਤੇ ਪ੍ਰੇਅਰ ਕਿਵੇਂ ਕਰਨੀ, ਕਿਵੇਂ ਸੁਣਨਾ, ਇਹ ਸਾਰੀਆਂ ਗੱਲਾਂ ਤੁਹਾਡੇ ਹੱਥ 'ਚ। ਸੋ ਥੈਂਕ ਯੂ ਟੂ ਦਾ ਲਾਰਡ। ਇਨ ਦਾ ਨੇਮ ਆਫ ਦੀ ਫਾਦਰ, ਸਨ ਐਂਡ ਹੋਲੀ ਸਪਿਰਿਟ, ਆਮੇਨ। ਗੋਡ ਬਲੈਸ ਯੂ। ਗੋਡ ਇਜ਼ ਪੀਸ ਵਿਦ ਯੂ। ਥੈਂਕ ਯੂ, ਥੈਂਕ ਯੂ। ਹਾਲੇਲੂਇਆ।